पंजाब सरकार वर्सस पटवारी ते कानून गो यूनियनां दे विचाले जिहड़ा रेड़का वो हुण अगले दौर 'च शामिल हो गया। कल मुख मंत्री भगवंत मान ट्वीट करते हैं, सोशल मीडिया के उत्ते एक पोस्ट वायरल करते हैं, नाल ते उस तो बाद जाके भाषण देंदे होए कहंदे ने कि 1.5 लाख तनख्वाह ने, लोगों को खज्जल खुआर करते हैं, करप्शन के चार्ज लगन बदले एक व्यक्ति छुड़ाउण बदले अपने किसी साथी छुड़ाउण बदले पंजाब नूं इस सारे दलदल दे विच झोकिया जा रहा है। तो पटवार ते कानून गो जिहड़े ने यह हड़ताल ते जा रहे हैं। एक तरीके दे नाल सरकार दा दावा। दूसरे पासे कानून गो यूनीयन तो साडे नाल प्रधान मोहन सिंह भेटपुरा साहब ने गलबात इन्हां नाल करदे हैं, जानने की कोशिश करते हैं कि आखिर पूरा मसला की है, क्यों धरने ते जाना पै रहा, क्यों ये हड़ताल करनी पै रही है, कलम छोड़ की है। गलबात करते हैं। मोहन सिंह जी, किस तरीके नाल तुसीं देखते हो, क्योंकि हालांकि पहला बहुत सारे लोग नहीं सी जानते, कल मुख मंत्री साहब ने जिस तरीके नाल ट्वीट किया, भाषण दिता, उस तो बाद पंजाब दा बच्चा बच्चा जान गया कि पटवारी ते कानून गो इन्हां दे विचाले कोई ना कोई सरकार दे विचाले गलबात जिहड़ी ओह टुट गई है। सीधे तौर दे उत्ते धमकी इस समय पंजाब दे विच लागू हो गया। कारण की बनया, तुसीं क्यों जाना सी, की तुहाडी काल सी, की तुहाडा सद्दा सी? सीएम साहब ने पिछले साल 6 जुलाई 2022 ਦੇ ਵਿੱਚ 1090 पटवारी जो पिछली सरकार ने रिक्रूट किया सी, ਉਹਨਾਂ ਨੂੰ ਜਦੋਂ अपॉइंटमेंट ਲੈਟਰ ਦਿੱਤੇ ਤਾਂ सीएम साहब ने ਉੱਥੇ ਕਿਹਾ ਵੀ ਜਿਹੜੀ ਤੁਹਾਡੀ 1966 ਦੇ ਰੂਲਾਂ ਮੁਤਾਬਕ ਜਿਹੜੀ ਟ੍ਰੇਨਿੰਗ ਸੀਗੀ, ਇਹ ਪਹਿਲਾਂ ਸਾਲ ਦੀ ਸਕੂਲ ਦੇ ਵਿੱਚ ਹੁੰਦੀ ਸੀ, 6 ਮਹੀਨੇ ਫੀਲਡ ਦੇ ਵਿੱਚ ਪਟਵਾਰੀ ਦੇ ਨਾਲ ਹੁੰਦੀ ਸੀ। ਇਹਨਾਂ ਨੇ ਘਟਾ ਕੇ ਉਹਨੂੰ 9 ਮਹੀਨੇ ਕਰ ਦਿੱਤਾ ਤੇ 3 ਮਹੀਨੇ ਫੀਲਡ ਦੀ। ਇਹਨਾਂ ਨੇ ਕਿਹਾ ਵੀ ਸਾਲ ਦੇ ਵਿੱਚ ਹੀ ਤੁਹਾਨੂੰ ਟ੍ਰੇਨਿੰਗ ਸਾਰੀ ਕਰਾ ਕੇ ਤੁਹਾਨੂੰ ਅਪੁਆਇੰਟ ਕਰ ਦਿਆਂਗੇ ਤੇ ਬਾਕੀ ਜਿਹੜਾ ਤੁਹਾਨੂੰ ਸਟੈਫਨ 5000 ਮਿਲਦਾ ਉਹ ਅਸੀਂ ਤੁਹਾਨੂੰ ਪੂਰੀ 19000 ਜੋ ਇਹਨਾਂ ਨੇ ਸੈਂਟਰ ਸਕੇਲ ਦੇ ਦਿੰਦੇ ਨੇ ਇਹ ਨਵੇਂ ਅਪੁਆਇੰਟਮੈਂਟ ਦੇ ਵਿੱਚ ਮੁਲਾਜ਼ਮਾਂ ਨੂੰ, ਵੀ ਉਹ ਤੁਹਾਨੂੰ ਪੂਰੀ ਤਨਖਾਹ ਮਿਲੇਗੀ ਤੇ ਤੁਹਾਡੀ ਟ੍ਰੇਨਿੰਗ ਵੀ ਘਟਾਤੀ। ਪਰ ਹੋਇਆ ਉਸ ਦੇ ਉਲਟ, ਅੱਜ ਤੱਕ ਸਾਡੇ ਉਹ ਬੱਚਿਆਂ ਨੂੰ ਸਿਰਫ 167 ਰੁਪਏ ਡੇਲੀ ਦਿੱਤੀ ਜਾ ਰਹੀ ਹੈ ਔਰ ਟ੍ਰੇਨਿੰਗ ਮੁੜ ਕੇ ਫਿਰ 1.5 ਸਾਲ ਦੀ ਕਰ ਦਿੱਤੀ, ਜੋ ਕਿ ਬੜਾ ਮਤਲਬ ਧੱਕਾ ਕੀਤਾ ਹੈ। 700 ਇਹਨਾਂ ਨੇ ਭਰਤੀ ਕੀਤਾ, 710 ਹੋਰ ਬੰਦਾ। 1090 ਚੋਂ ਇੰਨੀ ਲੰਮੀ ਟ੍ਰੇਨਿੰਗ ਹੋਣ ਕਰਕੇ 167 ਰੁਪਏ ਡੇਲੀ ਹੋਣ ਕਰਕੇ 400 ਬੱਚਾ ਜਿਹੜਾ ਉਹ ਆਪਣੀ ਟ੍ਰੇਨਿੰਗ ਹੀ ਵਿਚਾਲੇ ਛੱਡ ਕੇ ਕੁਝ ਹੋਰ ਮਹਿਕਮਿਆਂ 'ਚ ਕੁਝ ਵਿਦੇਸ਼ ਚਲਿਆ ਗਿਆ। ਉਹ 710 ਦੇ ਵਿੱਚ ਵੀ ਸਾਨੂੰ ਆਉਣ ਦੀ ਜਿਹੜੀ ਉਹ ਸੰਭਾਵਨਾ ਨਹੀਂ ਲੱਗ ਰਹੀ। ਤੇ ਸਾਡੀਆਂ ਜਿਹੜੀਆਂ ਮੰਗ ਚਾਰਟ ਸੀ ਅਸੀਂ ਭੇਜਿਆ ਹੋਇਆ ਸੀ ਵੀ ਇੱਕ ਤਾਂ ਭਾਰਤੀ ਸੰਵਿਧਾਨ ਦੇ ਆਰਟੀਕਲ 14 ਦੇ ਮੁਤਾਬਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀ, ਕਿਉਂਕਿ ਇਹਨਾਂ ਨੇ ਪਟਵਾਰੀਆਂ ਨੂੰ 2 ਸਕੇਲਾਂ 'ਚ ਵੰਡ ਰੱਖਿਆ ਸੀ, 1186 ਤੋਂ ਲੈ ਕੇ 31/12/95 ਤੱਕ, 950 1800 ਦਾ ਸਕੇਲ, 1365 2410 ਦਾ ਸਕੇਲ। ਇਹ ਅਸੀਂ 1996 ਤੋਂ ਸਾਰੀਆਂ ਸਰਕਾਰਾਂ ਨਾਲ ਲੜਦੇ ਆਏ, ਪਰ 3/8/2023 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਵੀ ਇਹ ਪਟਵਾਰੀਆਂ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਹਨਾਂ ਨੇ 1993 ਦਾ ਜਿਹੜਾ ਫਾਈਨਾਂਸ ਡਿਪਾਰਟਮੈਂਟ ਦਾ ਨੋਟੀਫਿਕੇਸ਼ਨ ਸੀ ਉਹ ਰੱਦ ਕਰਤਾ ਔਰ ਕਹਿਤਾ ਵੀ ਪਟਵਾਰੀਆਂ ਨੂੰ ਪਿੱਛੋਂ ਬਕਾਇਆ ਵੀ ਦਿੱਤਾ ਜਾਵੇ, ਅੱਜ ਇਹਨਾਂ ਦੀ ਤਨਖਾਹ ਜਿਹੜੀ ਆ ਉਹ ਇੱਕਸਾਰ ਕੀਤੀ ਜਾਵੇ। ਕਿਉਂਕਿ ਸਾਡੇ ਕੋਲ ਐਗਜ਼ਾਮਪਲਾਂ ਸੀ, ਜਲੰਧਰ ਦੇ ਵਿੱਚ ਸਾਡੇ ਇੱਕ ਘਰ ਦੇ 2 ਪਟਵਾਰੀ ਸਿਲੈਕਟ ਹੋਏ, ਇੱਕ ਨੂੰ 950 1800 ਦੇ ਮੁਤਾਬਕ ਹੁਣ ਤੱਕ ਤਨਖਾਹ ਮਿਲਦੀ ਰਹੀ, ਇੱਕ ਨੂੰ 1365 2410 ਦੇ। ਇੱਕ ਬੰਦਾ ਅੱਜ ਉਹਨਾਂ 'ਚੋਂ ਰਿਟਾਇਰਡ ਹੋ ਗਿਆ, 40000 ਦੀ 50000 ਦੀ ਪੈਨਸ਼ਨ 'ਤੇ ਗਿਆ, ਜਿਹੜਾ ਅਗਲੇ ਸਾਲ ਰਿਟਾਇਰਡ ਹੋਣਾ ਉਹਨੂੰ 40000 ਮਿਲ ਗਏ। ਮਤਲਬ ਬਹੁਤ ਵੱਡਾ ਅਨਿਆਂ ਸੀ। ਅਸੀਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਤੂੰ ਇਹ ਜਿਹੜਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰਿਆ ਇਹਨੂੰ ਲਾਗੂ ਕਰੋ, ਤੇ ਪਲੱਸ ਜਿਹੜੇ ਬੱਚਿਆਂ ਦੀ ਜਿਹੜੀ ਸੀਗੀ ਆਪਣਾ ਸੈਲਰੀ ਤੁਸੀਂ ਕਿਹਾ ਸੀ ਪੂਰੀ ਦੇਵਾਂਗੇ, ਔਰ ਜਿਹੜੀ 1 ਸਾਲ ਦੀ ਟ੍ਰੇਨਿੰਗ ਸੀ ਉਹਨੂੰ ਪੂਰੀ ਕਰੋ। ਔਰ ਬਾਕੀ ਸੀਐਮ ਸਾਹਿਬ ਨੇ ਜਿਹੜਾ ਕੱਲ ਅਸੀਂ ਵੈਸੇ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਇੱਕ ਐਡਾ ਬੜਾ ਉਹਨਾਂ ਨੇ ਮਤਲਬ ਬਿਆਨ ਦੇ ਕੇ, ਜੋ ਝੂਠਾ ਬਿਆਨ ਉਹਨਾਂ ਨੇ ਕਿਹਾ ਵੀ ਪਟਵਾਰੀ ਤੇ ਕਾਨੂੰਗੋ ਵੀ ਇਹਨਾਂ ਦੇ ਇੱਕ ਸਾਥੀ ਕਰਪਸ਼ਨ ਦੇ ਵਿੱਚ ਫੜੇਗਾ, ਉਹਨੂੰ ਲੈ ਕੇ ਹੜਤਾਲ ਕਰ ਰਹੇ। ਐਸਾ ਨਹੀਂ ਹੈ, ਕਿਉਂਕਿ ਸੰਗਰੂਰ ਦੇ ਵਿੱਚ ਇੱਕ ਕੇਸ ਹੋਇਆ 29 ਨੰਬਰ FIR 23/8 ਨੂੰ, ਜਿਹਦੇ ਵਿੱਚ ਕਿ ਵਿਜੀਲੈਂਸ ਬਿਊਰੋ ਨੇ ਇੱਕ ਥਰਡ ਪਾਰਟ ਨੂੰ, ਕਿਉਂਕਿ ਉਹ ਵਸੀਅਤ ਦਾ ਮਾਮਲਾ ਸੀ, ਖਾਨਗੀ ਵਸੀਅਤ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੀਆਂ ਰੂਲਿੰਗਾਂ ਹੈਗੀਆਂ ਵੀ ਲੀਗਲ ਹੇਅਰ ਤੋਂ ਬਿਨਾਂ ਜਿਹੜੇ ਪ੍ਰਾਪਰਟੀ ਦੇ ਵਾਰਸ ਬਣਦੇ ਨੇ ਉਹਨਾਂ ਤੋਂ ਬੰਦਾ ਥਰਡ ਪਰਸਨ ਕੋਈ ਇੰਟਰਫੇਅਰ ਨਹੀਂ ਕਰ ਸਕਦਾ। ਪਰ ਇੱਕ ਸੰਗਰੂਰ ਦਾ ਕੋਈ ਬਲੈਕ ਮੇਲਰ ਹੈਗਾ ਬੰਦਾ, ਉਹ ਪਹਿਲਾਂ ਪਟਵਾਰੀ ਨੂੰ ਬਲੈਕ ਕਰਦਾ ਰਿਹਾ। ਮੈਨੂੰ ਕੁਝ ਅੱਜ ਭਰੋਸੇਯੋਗ ਵਸੀਲਿਆਂ ਤੋਂ ਪਤਾ ਚੱਲਿਆ ਵੀ ਪਟਵਾਰੀ ਤੋਂ ਪੈਸੇ ਵੀ ਲਏ ਗਏ, ਹੋਰ ਡਿਮਾਂਡ ਕੀਤੀ ਜਾ ਰਹੀ ਸੀਗੀ। ਉਹ ਪਟਵਾਰੀ ਸਾਹਿਬ ਬਾਹਰ ਆ ਜਾਂਦੇ, ਫਿਰ ਗੱਲ ਉਹ ਸਾਰੀ ਕਲੀਅਰ ਹੋ ਜਾਏਗੀ। ਔਰ ਉਹ ਜਦੋਂ ਕਿ ਅੱਜ ਉਹ ਇੰਤਕਾਲ ਜਿਹੜਾ ਉਹ ਅੱਜ ਵੀ ਸਟੈਂਡ ਕਰ ਰਿਹਾ, ਇਹਦੇ ਸੰਬੰਧ 'ਚ 25/8 ਨੂੰ, ਕਿਉਂਕਿ ਅਪੁਆਇੰਟਿੰਗ ਅਥਾਰਟੀ ਪਟਵਾਰੀ ਹੈ ਦੇ ਕਾਨੂੰਗੋ ਦੀ DC ਸਾਹਿਬ ਨੇ, DC ਸੰਗਰੂਰ ਨੇ,
ਜੋ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਜ਼ਿਲ੍ਹੇ ਦੇ DC ਲਾਏ ਨੇ, ਉਹਨਾਂ ਨੇ ਸਰਕਾਰ ਨੂੰ ਲੈਟਰ ਲਿਖਤਾ ਵੀ ਜਿਹੜੀ FIR ਆ ਇਹ ਵਿਜੀਲੈਂਸ ਨੇ ਗਲਤ ਕੀਤੀ ਹੈ, 17A ਦੀ ਉਲੰਘਣਾ ਹੋਈ ਹੈ। 17A ਦੀ ਉਲੰਘਣਾ ਸਾਡੇ ਕੋਲ ਹੋਰ ਵੀ 8-10 ਕੇਸ ਨੇ, ਅਤੇ ਮਾਨਯੋਗ ਵਿਜੀਲੈਂਸ ਡਿਪਾਰਟਮੈਂਟ ਨੇ ਵਿਜੀਲੈਂਸ ਬਿਊਰੋ ਨੂੰ ਚਿੱਠੀ ਲਿਖੀ ਹੋਇਆ ਵੀ ਤੁਸੀਂ 17A ਦੀ ਉਲੰਘਣਾ ਨਹੀਂ ਕਰਨੀ। ਅਗਰ ਤੁਸੀਂ 17A ਦੀ ਕੋਈ ਉਲੰਘਣਾ ਆਯੂ ਕਰੇਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ। ਇਹਦੇ ਬਾਵਜੂਦ ਫਿਰ ਵੀ ਸਾਡੇ ਜਿਹੜੀਆਂ FIR ਹੋ ਰਹੀਆਂ ਨੇ, ਅਤੇ ਇਹ ਬਹੁਤ ਮਤਲਬ ਮੰਦਭਾਗਾ ਜਿਹੜਾ ਗੱਲ ਹੋ ਰਹੀ ਹੈ। ਅੱਜ ਪੰਜਾਬ ਦੇ ਸਮੁੱਚੇ ਪਟਵਾਰੀ ਕਾਨੂੰਗੋ ਇੱਥੇ ਇਕੱਠੇ ਹੋਏ ਸੀ ਪ੍ਰੈਸ ਕਲੱਬ ਦੇ ਵਿੱਚ, ਅਤੇ ADGP ਸਾਹਿਬ ਨੇ ਵੀ ਸਾਨੂੰ ਸੱਦਿਆ ਸੀ। ਮੈਂ ਗਿਆ ਸੀ ਉਸ ਮੀਟਿੰਗ ਦੇ ਵਿੱਚ, ਅਤੇ ਉਹਨਾਂ ਨੂੰ ਅਸੀਂ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸੀਆਂ ਵੀ ਕੋਈ ਗੁੰਮਰਾਹ ਕਰ ਰਿਹਾ CM ਸਾਹਿਬ ਨੂੰ, ਵੀ CM ਸਾਹਿਬ ਦੇ ਸਾਰੀ ਨੋਟਿਸ ਦੇ ਵਿੱਚ ਲਿਆਓ ਇਹ ਗੱਲ, ਵੀ ਇਹ ਗੱਲ ਨਹੀਂ ਹੈ, ਕੋਈ ਕਰਪਸ਼ਨ ਕੇਸ ਨਹੀਂ ਹੈਗਾ, ਅਤੇ ਕਰਪਸ਼ਨ ਕੇਸ ਬਣਾਇਆ ਜਾ ਰਿਹਾ, ਮਤਲਬ ਮੁੱਦੇ ਨੂੰ ਬਿਨਾਂ ਵਜ੍ਹਾ ਉਛਾਲਿਆ ਜਾ ਰਿਹਾ ਹੈ। ਅੱਜ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਫੈਸਲਾ ਕਰਤਾ ਵੀ ਲਗਭਗ 100 ਕੁ ਪੋਸਟ ਕਾਨੂੰਗੋ ਦੀ ਖਾਲੀ ਹੈ, ਅਤੇ 3193 ਮੇਰੇ ਖਿਆਲ ਸ਼ਾਇਦ ਪਟਵਾਰੀਆਂ ਦੀਆਂ ਖਾਲੀ ਨੇ। ਉਹਦੀ ਅੱਜ ਉਹਨਾਂ ਨੇ ਪੈਨ ਜਿਹੜੇ CM ਸਾਹਿਬ ਦੇ ਹਵਾਲੇ ਕਰਤੇ, ਕਿਉਂਕਿ ਉਹਨਾਂ ਨੇ ਕੱਲ੍ਹ ਬਿਆਨ ਦਿੱਤਾ ਸੀ ਵੀ ਮੈਂ ਬੇਰੁਜ਼ਗਾਰਾਂ ਨੂੰ ਇਹ ਪੈਨ ਫੜਾ ਦੂੰਗਾ, ਅਤੇ CM ਸਾਹਿਬ ਤੁਹਾਡਾ ਬਹੁਤ ਧੰਨਵਾਦ ਹੋਊਗਾ ਵੀ ਤੁਸੀਂ ਜਿਹੜਾ ਅੱਜ 3193 ਨੂੰ ਪੈਨ ਜ਼ਰੂਰ ਤੁਹਾਨੂੰ ਕੱਲ੍ਹ ਨੂੰ 1 ਤਰੀਕ ਨੂੰ ਦੇ ਦੇਣਾ ਚਾਹੀਦਾ ਹੈ। ਪ੍ਰਧਾਨ ਜੀ, ਸਿੱਧੇ ਤੌਰ ਦੇ ਉੱਤੇ ਗੱਲ ਇਹ ਹੈ ਕਿ ਮਾਲ ਵਿਭਾਗ ਬਰਾਬਰ ਕਰਪਸ਼ਨ, ਇਹ ਪਿਛਲੇ ਸਮੇਂ ਦੇ ਦੌਰਾਨ ਲੋਕ ਵੀ ਬਹੁਤ ਸਾਰੇ ਕਹਿੰਦੇ ਰਹੇ ਨੇ, ਅਤੇ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਵੀ ਇੱਕ ਸਿੱਧੇ ਤੌਰ 'ਤੇ ਇਸ਼ਾਰਾ ਕੀਤਾ ਕਿ ਬਹੁਤ ਸਾਰੀ ਕਰਪਸ਼ਨ ਜਿਹੜੀ ਉਹ ਚੱਲ ਰਹੀ ਹੈ, ਅਤੇ ਕਰਪਟ ਬੰਦੇ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ। ਲੋਕਾਂ ਦੇ ਵਿੱਚ ਤਾਂ ਇਹ ਰਾਏ ਇੱਕ ਬਣਦੀ ਜਾ ਰਹੀ ਹੈ। ਕਰਪਸ਼ਨ ਦੇ ਲਈ ਤੁਹਾਡੀ ਯੂਨੀਅਨ ਕੀ ਕਰ ਰਹੀ ਹੈ? ਕਿਉਂਕਿ ਆਮ ਲੋਕ ਖੱਜਲ ਖੁਆਰ ਵੀ ਹੁੰਦੇ ਨੇ, ਇੱਕ ਇਹ ਵੀ ਸਵਾਲ ਖੜਾ ਹੁੰਦਾ, ਅਤੇ ਲੋਕਾਂ ਦੀ ਇੱਕ ਤਰੀਕੇ ਨਾਲ ਲਹਿਰ ਬਣਾਏ ਬਿਨਾਂ, ਲੋਕਾਂ ਨੂੰ ਆਪਣੇ ਨਾਲ ਜੋੜੇ ਬਿਨਾਂ ਤੁਸੀਂ ਕੀ ਮਨਾ ਸਕਦੇ ਹੋ? ਸਰਕਾਰ 'ਤੇ ਪ੍ਰੈਸ਼ਰ ਕਿਵੇਂ ਕ੍ਰੀਏਟ ਕਰ ਸਕਦੇ ਹੋ? ਅਸੀਂ 3193 ਅੱਜ ਜਿਹੜੀ ਪੈਨ ਜਿਹੜੇ CM ਸਾਹਿਬ ਦੇ ਹਵਾਲੇ ਕਰਤੇ ਜੀ, ਬੇਰੁਜ਼ਗਾਰਾਂ ਨੂੰ ਉਹ ਮਤਲਬ ਦੇਣ। ਲੋਕਾਂ ਨੂੰ ਵੀ ਅਪੀਲ ਹੈ ਵੀ ਉਹ ਹੁਣ ਆਪਣੇ ਪੈਨ ਜਿਹੜੇ ਆ ਫੜ ਲੈਣ ਅਤੇ ਸੜਕਾਂ 'ਤੇ ਨਿਕਲਣ ਵੀ ਭਾਈ 3193 ਪਟਵਾਰੀ ਨੇ ਤਾਂ ਪੈਨ ਸਰਕਾਰ ਦੇ ਹਵਾਲੇ ਕਰਤੇ, ਤਾਂ ਸਰਕਾਰ ਨੂੰ ਜਿਹੜੀ ਭਰਤੀ ਆ ਕੱਲ੍ਹ ਨੂੰ ਕਰ ਲੈਣੀ ਚਾਹੀਦੀ ਹੈ। ਔਰ ਲੋਕਾਂ ਨੂੰ ਵੀ ਬੇਨਤੀ ਹੈ ਵੀ ਆਪਣੇ ਪੜ੍ਹੇ ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਵੀ ਤੁਸੀਂ ਭਰਤੀ ਕਰਾਉਣ ਵਾਸਤੇ ਆਪਣਾ ਸਾਰਾ ਜ਼ੋਰ, ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਉਹ ਭਰਤੀ ਕਰਾਉਣ ਵਾਸਤੇ ਹੁਣ CM ਸਾਹਿਬ ਦੇ ਆਪਦੇ ਕਹੇ ਹੋਏ ਬਿਆਨ ਦੇ ਉੱਤੇ ਲਾਗੂ ਕਰਾਉਣ ਵਾਸਤੇ ਸਾਰੇ ਲੋਕਾਂ ਨੂੰ ਹੁਣ ਸੜਕਾਂ 'ਤੇ ਆਉਣਾ ਚਾਹੀਦਾ। ਜਿਹੜਾ ਵਾਧੂ ਚਾਰਜ ਇੱਕ ਪਟਵਾਰੀ ਨੂੰ 2-2 3-3 4-4 ਸਰਕਲ ਦਿੱਤੇ ਹੋਏ ਸੀ, ਉਹ ਜਿਹੜਾ ਵਾਧੂ ਚਾਰਜ ਹੈ, ਵਾਧੂ ਭਾਰ ਹੈ, ਉਹ ਛੱਡ ਦਿੱਤਾ ਹੁਣ ਤੁਸੀਂ? ਬਿਲਕੁਲ ਛੱਡ ਦਿੱਤਾ ਜੀ। ਅੱਜ ਤੋਂ ਸਾਰੇ ਸਮੁੱਚੇ ਪੰਜਾਬ ਦੇ ਪਟਵਾਰੀਆਂ ਨੇ ਉਹ ਜਿਹੜਾ ਕੱਲ੍ਹ ਤੋਂ, ਕਿਉਂਕਿ ਜਿਹੜਾ ਸਾਡਾ ਜਰਾਇਤੀ ਸਾਲ ਜਿਹੜਾ ਹੈ ਉਹ ਸ਼ੁਰੂ ਹੁੰਦਾ 1 ਸਤੰਬਰ ਨੂੰ, ਜਿਹੜੇ ਡੇਲੀ ਰਿਪੋਰਟ ਜਿਹੜੇ ਰੋਜ਼ਨਾਮਾ ਵਾਕਿਆਤੀ ਲੱਗਦਾ, ਕੱਲ੍ਹ ਨੂੰ ਪੰਜਾਬ ਦੇ ਸਾਰੇ ਪਟਵਾਰੀ ਸਿਰਫ ਉਹੀ ਰੋਜ਼ਨਾਮਾ ਜਿਹੜਾ ਸ਼ੁਰੂਆਤ ਕਰਨਗੇ, ਅਤੇ ਵਾਧੂ ਹਲਕਿਆਂ ਦਾ ਜਿਹੜਾ ਉਹ CM ਸਾਹਿਬ ਦੇ ਹਵਾਲੇ ਕਰਤੇ, ਉਹ ਬੇਰੁਜ਼ਗਾਰਾਂ ਦੇ ਹਵਾਲੇ ਕਰਨ CM ਸਾਹਿਬ। ਪ੍ਰਧਾਨ ਜੀ, ਤੁਹਾਡੀ ਯੂਨੀਅਨ ਜਿੰਨੇ ਵੀ ਤੁਹਾਡੇ ਪਟਵਾਰੀ ਨੇ ਜਾਂ ਕਾਨੂੰਗੋ ਨੇ ਜਾਂ ਫਿਰ ਤਹਿਸੀਲਦਾਰ ਨੇ, ਇਹ ਸਾਰੇ ਆਮ ਲੋਕਾਂ ਦੇ ਵਿੱਚੋਂ ਨਿਕਲ ਕੇ ਆਏ ਨੇ, ਪਿੰਡਾਂ 'ਚੋਂ ਨਿਕਲ ਕੇ ਆਏ ਨੇ। ਖੱਜਲ ਖੁਆਰ ਤਾਂ ਇਸ ਸਾਰੇ ਸਿਲਸਿਲੇ ਦੇ ਵਿੱਚ ਆਮ ਲੋਕ ਹੋਣਗੇ, ਉਹਨਾਂ ਨੂੰ ਉਹਨਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ ਕਿ ਉਹਨਾਂ ਨੂੰ ਵੀ ਧਿਆਨ 'ਚ ਰੱਖਿਆ ਜਾ ਰਿਹਾ ਜਾਂ ਨਹੀਂ? ਬਿਲਕੁਲ ਜੀ, ਜਿਹੜਾ ਮਤਲਬ ਜਿੱਥੇ ਜਿੱਥੇ ਉਹਨਾਂ ਦੀ ਪੋਸਟ ਹੈਗੀ ਹੈ, ਮੈਂ ਸਾਰੇ ਪਟਵਾਰੀਆਂ ਨੂੰ ਵੀ ਅਪੀਲ ਕਰਦਾ ਤੁਹਾਡੇ ਜਰੀਏ, ਅਤੇ ਕਾਨੂੰਗੋ ਸਾਹਿਬ ਨੂੰ ਵੀ 9 ਵਜੇ ਤੋਂ 5 ਮਿੰਟ ਪਹਿਲਾਂ ਆਓ, ਅਤੇ 5:05 'ਤੇ ਆਪਣੇ ਦਫ਼ਤਰ ਤੋਂ ਜਾਓ। ਕੋਈ ਵੀ ਬੰਦਾ ਪ੍ਰਾਈਵੇਟ ਤੁਹਾਡੇ ਦਫ਼ਤਰ ਦੇ ਵਿੱਚ ਹੈਲਪਰ ਨਹੀਂ ਹੋਣਾ ਚਾਹੀਦਾ, ਕਿਉਂਕਿ ਹੁਣ ਤੁਹਾਡੇ ਕੋਲ ਸਰਕਲ ਇੱਕ ਰਹਿ ਗਏ। ਜੇ ਕੋਈ ਬੰਦਾ ਅਜੇ ਵੀ ਬੰਦੇ ਰੱਖੂਗਾ ਤਾਂ ਉਹਦਾ ਅਸੀਂ ਬਿਲਕੁਲ ਵਿਰੋਧ ਕਰਾਂਗੇ। ਮੈਂ ਇੱਥੋਂ ਰਿਟਾਇਰਡ ਪਟਵਾਰੀਆਂ ਨੂੰ ਵੀ ਅਪੀਲ ਕਰੂੰਗਾ ਵੀ ਆਪਾਂ ਨਵੇਂ ਬੱਚਿਆਂ ਨੂੰ ਭਰਤੀ ਕਰਾਉਣ ਵਾਸਤੇ ਤੁਹਾਨੂੰ ਸਰਕਾਰ ਕੋਈ ਲੱਲੀਪੱਪ ਦੇਵੇ ਵੀ ਅਸੀਂ ਤੁਹਾਨੂੰ ਸਰਕਲ ਦਿੰਦੇ ਹਾਂ, ਅਸੀਂ ਤੁਹਾਡੀ ਤਨਖਾਹ ਵਧਾਉਂਦੇ ਹਾਂ, ਬਿਲਕੁਲ ਨਹੀਂ। ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਮੈਂ ਇਹ ਵੀ ਇੱਥੋਂ ਬੇਨਤੀ ਕਰੂੰ, ਜਿਹੜੇ ਬੰਦਿਆਂ ਨੇ ਸਰਕਲ ਲਏ ਹੋਏ ਨੇ ਉਹਨਾਂ ਨੂੰ ਵੀ ਨਵੇਂ ਬੇਰੁਜ਼ਗਾਰ ਬੱਚਿਆਂ ਦੇ ਭਰਤੀ ਕਰਾਉਣ ਵਾਸਤੇ ਆਪਣੇ ਸਰਕਲ ਛੱਡ ਕੇ, ਤਾਂ ਕਿ ਉਹ ਬੱਚਿਆਂ ਨੂੰ ਹੋਰ ਰੁਜ਼ਗਾਰ ਜਿਹੜਾ ਉਹ ਮਿਲ ਸਕੇ। ਪ੍ਰਧਾਨ ਜੀ, ਕੱਲ੍ਹ CM ਸਾਹਿਬ ਨੇ ਵੀ ਕਿਹਾ ਕਿ 10,000 ਰੁਪਏ ਦੇ ਵਿੱਚ ਰੱਖੇ ਹੋਏ ਨੇ, ਅੱਗੇ ਪ੍ਰਾਈਵੇਟ ਤੁਸੀਂ ਬੰਦੇ ਰੱਖੇ ਹੋਏ ਨੇ, ਉਹਦੇ 'ਚ ਸੱਚਾਈ ਕਿੰਨੀ ਕੁ ਆ? ਉਹਦਾ ਤਰਕ ਕੀ ਹੈ ਤੁਹਾਡੇ? ਬਿਲਕੁਲ ਸੱਚਾਈ ਹੈ ਜੀ। ਘੱਟੋ ਘੱਟ ਪੰਜਾਬ ਦੇ ਵਿੱਚ 2500 ਬੱਚਾ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ, ਬਿਲਕੁਲ ਦਫ਼ਤਰਾਂ 'ਚ ਹੈਗਾ। ਕਿਉਂਕਿ ਉਹਦਾ ਕਾਰਨ ਇਹ ਆ ਵੀ ਇੱਕ ਪਟਵਾਰੀ ਨੂੰ 5-5 10-10 ਸਰਕਲ ਵੀ ਦਿੱਤੇ ਹੋਏ ਨੇ। ਨਵਾਂ ਸ਼ਹਿਰ ਦੇ ਵਿੱਚ ਕੁੱਲ 10% ਪਟਵਾਰੀ ਹੈਗੇ ਨੇ, ਅਤੇ ਪੂਰੀ ਕਾਨੂੰਗੋਈ ਵੀ ਇੱਕ ਬੰਦੇ ਨੂੰ ਦਿੱਤੀ ਹੋਈ ਹੈ, ਅਤੇ ਉਹ ਪ੍ਰੈਸ਼ਰ 'ਚ ਆ ਕੇ ਬੰਦੇ ਵੀ ਕਰੀ ਜਾਂਦੇ, ਕੁਝ ਲਾਲਚ 'ਚ ਆ ਕੇ ਵੀ ਕਰ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਲਾਲਚ 'ਚ ਆ ਕੇ ਹੁਣ ਤੁਸੀਂ ਫਸੋਗੇ, ਛੱਡ ਦਿਓ ਇਹ ਕੰਮ। ਜੇ ਤੁਸੀਂ ਵਕੀਲਾਂ ਦੀ ਘਰ ਭਰੋਗੇ ਫਿਰ ਮੁੜ ਕੇ ਵੀ ਆਪਣਾ ਆਪ ਬਚਾ ਲਓ, ਔਰ ਬੱਚਿਆਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਅੱਗੇ ਆਓ। ਇਹ ਬਿਲਕੁਲ ਸੱਚਾਈ ਆ ਜੀ ਬੱਚੇ। ਪਰ ਇਹ CM ਸਾਹਿਬ ਦੀ ਗੱਲ ਝੂਠੀ ਹੈ ਵੀ 1.5 ਲੱਖ ਤਨਖਾਹ ਲੈਂਦੇ ਨੇ, ਅਤੇ ਤਨਖਾਹ ਤਾਂ ਕਿਸੇ ਦੀ ਪੰਜਾਬ ਦੇ ਕਾਨੂੰਗੋ ਦੀ 75,000 80,000 ਤੋਂ ਵੱਧ ਨਹੀਂ ਹੈਗੀ। ਅਤੇ ਜਿਹੜੇ ਸਾਡੇ ਅੱਜ ਮੋਸਟਲੀ ਪਟਵਾਰੀ ਕੰਮ ਕਰ ਰਹੇ ਨੇ, ਕੋਈ 42,000 ਵਾਲਾ, ਕੋਈ 32,000 ਵਾਲਾ,
ਤੇ 45,000 ਵਾਲਾ, ਇਦੋਂ ਵੱਧ ਵਾਲਾ ਕੋਈ ਨਹੀਂ ਹੈਗਾ। ਤੇ 45,000 ਲੈ ਕੇ ਉਹ ਮੁੰਡਿਆਂ ਨੂੰ ਵੰਡ ਜਾਂਦੇ ਨੇ ਜਾਂ ਫਿਰ ਲੋਕਾਂ ਤੋਂ ਲੈ ਕੇ ਦਿੰਦੇ ਨੇ। ਅੱਜ ਤੋਂ ਬਾਅਦ ਬੰਦੇ ਦੇ ਪੁੱਤ ਬਣ ਕੇ ਮੈਂ ਪਟਵਾਰੀਆਂ ਨੂੰ ਕਹੂੰਗਾ, ਬੰਦਾ ਨਾ ਕੋਈ ਪ੍ਰਾਈਵੇਟ ਰੱਖਿਓ, ਕੰਮ ਕਰੋ। ਅਗਰ ਨਹੀਂ ਸਰੀਰ ਆ ਕੇ ਦਿੰਦਾ ਨੌਕਰੀ ਭਾਵੇਂ ਛੱਡ ਜਾਓ, ਪਰ ਆਪਦੀ ਅਣਖ ਨਾਲ ਜਿਉਂ। ਹੁਣ ਅਣਖ ਨਾਲ ਮਰਨਾ ਤੇ ਅਣਖ ਨਾਲ ਜਿਉਣਾ ਚਾਹੀਦਾ। ਪ੍ਰਧਾਨ ਜੀ, ਤੁਸੀਂ ਸਿੱਧੇ ਤੌਰ ਦੇ ਉੱਤੇ ਇਸ਼ਾਰਾ ਕਰ ਦਿੱਤਾ ਕਿ ਲੋਕਾਂ ਤੋਂ ਲੈ ਕੇ ਦਿੰਦੇ ਨੇ, ਇਹ ਸਿੱਧੇ ਤੌਰ ਦੇ ਉੱਤੇ ਇਹ ਵੀ ਤਾਂ ਕਰਪਸ਼ਨ ਹੀ ਹੈ ਨਾ। ਬਿਲਕੁਲ ਜੀ, ਮੈਂ ਸੀਐਮ ਸਾਹਿਬ ਦੇ ਨੋਟ 'ਚ ਲਿਆਂਦੀ ਸੀ ਗੱਲ। ਸੀਐਮ ਸਾਹਿਬ ਨੇ 5 ਅਪ੍ਰੈਲ ਮੰਨਦੇ ਹੋ ਇਸ ਤਰੀਕੇ ਨਾਲ ਕਰਪਸ਼ਨ ਬਿਲਕੁਲ ਹੋ ਰਹੀ ਹੈ ਜੀ, ਮੈਂ ਤਾਂ ਮੰਨਦਾ। ਕਿਉਂ ਕਰਾ ਰਹੀ ਹੈ? ਉਹਦਾ ਜ਼ਿੰਮੇਵਾਰ ਸਰਕਾਰ ਆਪਣਾ 423 ਕਰੋੜ ਰੁਪਈਆ ਬਚਾ ਰਹੀ ਆ। ਸਰਕਾਰ ਕਰਪਸ਼ਨ ਕਰ ਰਹੀ ਹੈ, ਉਹਨਾਂ ਨੂੰ ਲੈਣ ਵਾਸਤੇ ਮਜਬੂਰ ਕਰ ਰਹੀ ਹੈ। ਕਿਉਂ ਜੀ? ਪੂਰੀ ਭਰਤੀ ਕਰਕੇ ਜਿਹੜਾ ਕੋਈ ਬੰਦਾ, ਅਗਰ ਅਸੀਂ ਵੀ ਖਿਲਾਫ ਆ, ਮੈਂ ਲੋਕਾਂ ਨੂੰ ਵੀ ਕਹੂੰਗਾ, ਅਗਰ ਕਿਸੇ ਕੋਲ ਪ੍ਰਾਈਵੇਟ ਬੰਦਾ ਰੱਖਿਆ ਹੈ ਉਹਦੀ ਬਿਲਕੁਲ ਸ਼ਿਕਾਇਤ ਕਰੋ, ਜੋ ਮਰਜ਼ੀ ਕਰੋ। ਪਰ ਮੈਂ ਪਟਵਾਰੀਆਂ ਨੂੰ ਅਪੀਲ ਕਰੂੰਗਾ ਵੀ ਅੱਜ ਤੁਹਾਡੇ ਕੋਲ ਹੁਣ ਜਿੰਨੇ ਸਰਕਲ ਹੈਗੇ ਨੇ, ਜਿੰਨੇ ਦੀ ਤਨਖਾਹ ਉਹੀ ਰਹਿ ਗਏ ਤੁਹਾਡੇ ਕੋਲ। ਹੁਣ ਪ੍ਰਾਈਵੇਟ ਬੰਦਾ ਤੁਹਾਡੇ ਦਫ਼ਤਰ 'ਚ ਨਹੀਂ ਹੋਣਾ ਚਾਹੀਦਾ ਅੱਜ ਤੋਂ ਬਾਅਦ। ਇੱਕ ਐਸਮਾ ਲੱਗ ਗਿਆ, ਹੁਣ ਤੁਸੀਂ ਨਾ ਤਾਂ ਧਰਨੇ ਤੇ ਜਾ ਸਕਦੇ ਹੋ, ਨਾ ਤੁਸੀਂ ਹੜਤਾਲ ਕਰ ਸਕਦੇ ਹੋ। ਜੇ ਕੁਝ ਤੁਸੀਂ ਕਰਦੇ ਹੋ ਤਾਂ ਸਰਕਾਰ ਤੁਹਾਨੂੰ ਬਰਖਾਸਤ ਕਰ ਸਕਦੀ ਹੈ, ਸਿੱਧੇ ਤੌਰ ਦੇ ਉੱਤੇ ਤੁਹਾਡੀ ਨੌਕਰੀ ਤੋਂ ਡਿਸਮਿਸ ਤੁਹਾਨੂੰ ਕੀਤਾ ਜਾ ਸਕਦਾ। ਜੋ ਮਰਜ਼ੀ ਕਰ ਲੇ ਸਰਕਾਰ ਜੀ, ਪਰ ਇਹ ਕੁਛ ਕਰਨ ਤੋਂ ਪਹਿਲਾਂ, ਲਾਗੂ ਕਰਨ ਤੋਂ ਪਹਿਲਾਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ, ਮਾਨਯੋਗ ਸੀਐਮ ਸਾਹਿਬ, ਤੁਸੀਂ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਆਏ ਹੋ, ਤੇ ਜੇ ਅਸੀਂ ਕੋਈ ਧਰਨੇ ਜਾਂ ਸਟ੍ਰਾਈਕ ਕਰਦੇ ਹਾਂ, ਉਹ ਸੰਵਿਧਾਨ ਦੇ ਦਾਇਰੇ 'ਚ ਕਰਦੇ ਹਾਂ। ਡਾਕਟਰ BR ਅੰਬੇਦਕਰ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ। ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਜੇ ਤੁਸੀਂ ਐਸਮਾ ਲਾਉਣਾ, ਐਸਮਾ ਲਾਉਣ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਦੀ ਫੋਟੋ ਜਿਹੜੀ ਤੁਹਾਨੂੰ ਆ, ਉਹ ਆਪਣੇ ਦਫ਼ਤਰਾਂ 'ਚ ਸਾਰੇ ਮੰਤਰੀਆਂ ਦੇ 'ਚ ਵੀ ਲਾ ਦੇਣੀ ਚਾਹੀਦੀ ਹੈ। ਔਰ ਡਾਕਟਰ BR ਅੰਬੇਦਕਰ ਦੀ ਜਿਹੜੀ ਫੋਟੋ ਤੁਸੀਂ ਆਪਣੇ ਦਫ਼ਤਰ 'ਚ ਆਈਏ, ਉਹ ਅੱਜ ਤੋਂ ਬਾਅਦ ਹੁਣ ਤੁਹਾਨੂੰ ਲਾਉਣ ਦਾ ਹੱਕ ਨਹੀਂ ਹੈਗਾ। ਕਿਉਂ ਜੇ ਤੁਸੀਂ ਸੰਵਿਧਾਨ ਦੀ ਹੀ ਉਲੰਘਣਾ ਕਰਨੀ ਹੈ, ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਤੁਸੀਂ ਚਕਨਾਚੂਰ ਕਰਨਾ ਹੈ, ਤਾਂ ਫਿਰ ਤੁਹਾਨੂੰ ਉਹ ਫੋਟੋਆਂ ਲਾਉਣ ਦਾ ਵੀ ਅੱਜ ਹੱਕ ਨਹੀਂ ਹੈ। ਤੁਹਾਨੂੰ ਡਰ ਹੈ ਕਿ ਸਰਕਾਰ ਐਸਮਾ ਲਾ ਕੇ ਤੁਹਾਡੇ ਤੇ ਕਾਰਵਾਈ ਕਰ ਸਕਦੀ ਹੈ? ਸਾਨੂੰ ਕੋਈ ਡਰ ਨਹੀਂ ਹੈਗਾ ਜੀ। ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਾਹਦੇ ਵਾਸਤੇ ਹੈ? ਐਸਮਾ ਕਿਵੇਂ ਲਾਊਗੀ ਸਾਡੇ ਤੇ? ਜੇ ਸਾਡਾ ਜਿਹੜਾ ਲੈਂਡ ਰਿਕਾਰਡ ਮੈਨੂਅਲ ਹੈ, ਉਹਨੇ ਸਾਨੂੰ ਕੰਮ ਦਿੱਤਾ ਹੈ ਵੀ ਲੈਂਡ ਰਿਕਾਰਡ ਮੈਨੂਅਲ ਦੇ ਮੁਤਾਬਕ ਪਟਵਾਰੀ ਨੇ ਇੰਨਾ ਕੰਮ ਕਰਨਾ ਹੈ, ਤੇ ਉਹਨਾਂ ਉਹ ਕੰਮ ਕਰ ਰਿਹਾ, ਉਹਨੇ ਉਹ ਪੇਜ ਲੈ ਰਿਹਾ, ਉਹ ਤੇ ਐਸਮਾ ਕਿਵੇਂ ਲੱਗ ਜੂਗਾ ਜੀ? ਅਗਰ ਕੋਈ ਡਿਪਟੀ ਕਮਿਸ਼ਨਰ ਆ, ਕੋਈ ਕਲੈਕਟਰ ਨੇ ਇਹ ਗਲਤੀ ਕੀਤੀ ਤਾਂ ਉਹਨੂੰ ਬਾਏ ਨੇਮ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਅਸੀਂ ਖਿੱਚਾਂਗੇ। ਉਹਦਾ ਜ਼ਿੰਮੇਵਾਰ ਫਿਰ ਉਹ ਹੋਵੇਗਾ ਖੁਦ। ਪ੍ਰਧਾਨ ਜੀ, ਪਿਛਲੇ ਸਮੇਂ ਦੇ ਦੌਰਾਨ ਇਹ ਦੇਖਿਆ ਗਿਆ, ਉਸ ਸਮੇਂ ਦੌਰਾਨ ਕੀ ਹੁੰਦਾ ਸੀਗਾ, ਮੰਨ ਲਓ ਕੋਈ ਮੰਤਰੀ ਜਾ ਰਿਹਾ ਜਾਂ ਕੋਈ ਸਰਕਾਰੀ ਬਹੁਤ ਵੱਡਾ ਕੋਈ ਸਰਕਾਰ ਵੱਲੋਂ ਕੋਈ ਨੁਮਾਇੰਦਾ ਜਾ ਰਿਹਾ, ਤਾਂ ਉਸ ਦਾ ਜਿਹੜਾ ਖਰਚਾ ਉਹ ਮਾਲ ਵਿਭਾਗ ਦੇ ਸਿਰ ਪੈਂਦਾ ਸੀਗਾ। ਇਹ ਸਰਕਾਰ ਦੇ ਵਿੱਚ ਉਹ ਕੁਝ ਘਟਿਆ ਜਾਂ ਫਿਰ ਉਹ ਦੁੱਗਣਾ ਹੋਇਆ? ਵਧੀਆ, ਇਹ ਬਿਲਕੁਲ ਫਰਕ ਪਿਆ ਜੀ ਗੱਲ ਦੇ ਵਿੱਚ। ਤੇ ਕਿਉਂਕਿ ਮੈਂ ਸੀਐਮ ਸਾਹਿਬ ਨੂੰ ਦੱਸਦੀ ਸੀ ਇਹ 5 ਅਪ੍ਰੈਲ ਨੂੰ ਜਦੋਂ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ, ਮੈਂ ਸੀਐਮ ਸਾਹਿਬ, ਇਹ ਹੁਣ ਤੱਕ ਦਾ ਜੋ 70-75 ਸਾਲ ਦਾ ਧੰਦਾ ਚੱਲ ਰਿਹਾ ਹੈ, ਇਹ ਪਟਵਾਰੀ ਤੋਂ ਲੈ ਕੇ ਥਾਣੇ ਦੇ ਮੁਨਸ਼ੀ ਤੋਂ ਲੈ ਕੇ ਇਹ ਸਭ ਸਮਾਨ ਸੀਐਮ ਸਾਹਿਬ ਤੱਕ ਜਾਂਦਾ ਸੀ। ਉਹਨਾਂ ਨੂੰ ਮੈਂ ਪੂਰਾ ਰਾਹ ਦੱਸਿਆ, ਉਹ ਉੱਠ ਕੇ ਚੱਲਣ ਲੱਗੇ ਵੀ ਕਹਿੰਦੇ ਜੀ ਮੇਰੀ ਮੰਤਰੀਆਂ ਨਾਲ ਮੀਟਿੰਗ ਆ। ਮੈਂ ਸੀਐਮ ਸਾਹਿਬ, ਮੰਤਰੀਆਂ ਨੇ ਤੁਹਾਨੂੰ ਰੋਜ਼ ਮਿਲਣਾ, ਮੈਂ ਜਿਹੜੀਆਂ ਗੱਲਾਂ ਤੁਹਾਨੂੰ ਅੱਜ ਦੱਸ ਕੇ ਜਾਣੀਆਂ ਨੇ ਇਹ ਨਹੀਂ ਤੁਹਾਨੂੰ ਕਿਸੇ ਨੇ ਦੱਸਣੀਆਂ। ਹੋ ਸਕਦਾ ਕਿਤੇ ਧਿਆਨ ਕਰ ਲਿਓ ਵੀ ਕਿਤੇ ਤੁਹਾਡੇ ਘਰ ਤੱਕ ਵੀ ਉਹ ਚੀਜ਼ ਆ ਨਾ ਗਈ ਹੋਵੇ। ਤੇ ਮੈਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਚੱਲਿਆ ਵੀ ਸੀਐਮ ਸਾਹਿਬ ਦੇ ਘਰ 'ਚ ਕਿਤੇ ਇਕੱਠ ਹੋਇਆ, ਉੱਥੇ ਹੁਕਮ ਹੋਇਆ ਹੋਊਗਾ ਵੀ ਰੋਟੀ ਲਿਆਓ ਰੋਟੀ, ਤਾਂ ਰੋਟੀ ਦਾ ਪ੍ਰਿੰਸੀਪਲ ਸੈਕਟਰੀ ਨੇ DC ਮੋਹਾਲੀ ਨੂੰ ਫੋਨ ਕਰਤਾ ਹੋਣਾ ਵੀ ਪ੍ਰਬੰਧ ਕਰੋ, ਉਹਨੇ ਕਹਾਂ ਕਿਤੇ ਸਬ ਰਜਿਸਟਰਾਰ ਨੂੰ ਕਰਤਾ ਹੋਊਗਾ। ਇਹ ਵੀ ਜਾਂਚ ਕਰ ਲੈਣ ਵੀ ਕਿਤੇ ਹੋਇਆ ਇਹ। ਤੇ ਸੀਐਮ ਸਾਹਿਬ ਨੂੰ ਮੈਂ ਚਕੰਨਾ ਕਰਕੇ ਗਿਆ ਵੀ ਇਹ ਬਚ ਜਾਓ ਇਸ ਗੱਲ ਤੋਂ, ਪਰ ਇਹਦੇ ਵਾਸਤੇ ਸਾਨੂੰ ਪੂਰੀਆਂ ਸਹੂਲਤਾਂ ਦੇਣੀਆਂ ਪੈਣਗੀਆਂ। ਜੇ ਤੁਹਾਡੇ MLA ਚਾਹੁੰਦੇ ਆ ਵੀ SDM ਦਫ਼ਤਰ 'ਚ ਜਾ ਕੇ ਮੈਨੂੰ ਚਾਹ ਪਾਣੀ ਮਿਲੇ ਤੇ ਤਹਿਸੀਲਦਾਰ ਕੋਲੇ ਚਾਹ ਪਾਣੀ ਮਿਲੇ, ਪਟਵਾਰੀ ਦੇ ਦਫ਼ਤਰ ਤੁਹਾਡੇ ਸਰਪੰਚ ਦੀ ਵੀ ਹੋਵੇ, ਤਾਂ ਉੱਥੇ ਕੰਟਰਜੈਂਸੀ ਇੱਕ ਪੈਸੇ ਦੀ ਨਹੀਂ ਹੈਗੀ। ਨਹੀਂ, ਉਹ ਸਰਕਾਰ ਕੁਛ ਨਾ ਕੁਛ ਦਿੰਦੀ ਹੋਏਗੀ ਤੁਹਾਨੂੰ ਚਾਹ ਪਾਣੀ ਵਾਸਤੇ। 1 ਰੁਪਈਆ ਨਹੀਂ ਜੀ ਦਿੰਦੀ, ਫਿਰ ਪੱਲੇ ਪਾਉਂਦੇ। ਬਿਲਕੁਲ ਬਿਲਕੁਲ। ਤੇ ਉਹ ਸਾਰਾ ਕੁਝ ਪੱਲਿਓਂ ਕਰਦੇ ਨੇ। ਪੱਲਿਓਂ ਕੀ ਕਰਦੇ ਨੇ? ਲੋਕਾਂ ਤੋਂ ਕਰਦੇ ਨੇ। ਬਿਲਕੁਲ ਸੱਚਾਈ ਹੈ ਇਹ, ਮੈਂ ਇਹ ਗੱਲ ਨੂੰ ਕਬੂਲ ਕਰਦਾ। ਪਰ ਹੁਣ ਫਰਕ ਪਿਆ, ਪਰ ਇਹ ਫਿਰ ਚਾਹੁੰਦੇ ਨੇ ਵੀ ਸਾਡੀ ਰਿਸਪੈਕਟ ਹੋਵੇ। ਭਾਈ ਰਿਸਪੈਕਟ ਤਾਂ ਫਿਰ ਜਾਂ ਤਾਂ ਉਹਨਾਂ ਦਾ ਕੰਟਰਜੈਂਸੀ ਜੋ ਸਿਸਟਮ ਬਣਦਾ, ਜੋ ਸੈਕਟਰੀਏਟ ਦੇ ਵਿੱਚ ਹੈਗਾ ਪਰਾਹੁਣਚਾਰੀ ਫੰਡ ਹੁੰਦਾ, ਤਾਂ ਦਿਓ ਫਿਰ ਫੰਡ ਉਹਨਾਂ ਨੂੰ ਵੀ ਜੇ ਲੈਣਾ ਤਾਂ। ਅਖੀਰਲਾ ਸਵਾਲ ਹੈ ਮੇਰਾ, ਉਹ ਇਹ ਹੈ ਕਿ ਤੁਸੀਂ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ, ਸਰਕਾਰ ਨੂੰ ਕਹਿ ਦਿੱਤਾ, ਸਰਕਾਰ ਨੇ ਤੁਹਾਨੂੰ ਧਮਕੀ ਦਿੱਤੀ, ਚੇਤਾਵਨੀ ਦਿੱਤੀ, ਹੁਣ ਤੁਸੀਂ ਕਹਿ ਦਿੱਤਾ, ਆਪਣੀ ਸੁਣਾਤੀ ਤੁਸੀਂ। ਲੋਕ ਵਿੱਚ ਪਿਸਰੇ ਨੇ, ਇੱਕ ਚੱਕੀ ਦੇ ਦੋ ਪੁੜ ਨੇ, ਵਿੱਚ ਲੋਕ ਨੇ। ਸਰਕਾਰ ਆਪਦੀ ਚਲਾ ਰਹੀ ਹੈ, ਤੁਸੀਂ ਆਪਦੇ ਚਲਾ ਰਹੇ ਹੋ। ਕੀ ਹੁਣ ਹੋਏਗਾ? ਹੁਣ ਤੁਸੀਂ ਕੀ ਸੋਚ ਰਹੇ ਹੋ? ਕੀ ਤੁਸੀਂ ਹੁਣ ਕਰਨ ਜਾ ਰਹੇ ਹੋ, ਜਾਂ ਫਿਰ ਅਗਲਾ ਨਿਸ਼ਾਨਾ ਤੁਹਾਡਾ ਕੀ ਹੈ? ਕੋਈ ਮੀਟਿੰਗ, ਕੋਈ ਰਾਹ, ਕੋਈ ਬੈਕ ਚੈਨਲ ਤੋਂ ਕੋਈ ਗੱਲਬਾਤ ਚੱਲ ਰਹੀ ਹੈ ਤੁਹਾਡੀ? ਸਾਡੀ ਕੋਈ ਗੱਲ ਨਹੀਂ ਜੀ। ADGP ਸਾਹਿਬ ਨੇ ਸਾਨੂੰ ਬੁਲਾਇਆ ਸੀ ਅੱਜ, ਤੇ ਉਹਨਾਂ ਨੂੰ ਅਸੀਂ ਸਾਰੀਆਂ ਗੱਲਾਂ ਦੱਸਤੀਆਂ। ਉਹਨਾਂ ਨੇ ਸਾਡੀਆਂ ਗੱਲਾਂ ਨੂੰ ਜਾਇਜ਼ ਮੰਨਿਆ ਵੀ ਤੁਹਾਡੀਆਂ ਗੱਲਾਂ ਬਿਲਕੁਲ ਸਾਰੀਆਂ ਜਾਇਜ਼ ਨੇ। ਇਹ ਤਾਂ ਹੁਣ CM ਸਾਹਿਬ ਦੇ ਪਾਲੇ 'ਚ ਅਸੀਂ ਗੇਮ ਛਿੜਤੀ ਵੀ ਤੁਸੀਂ ਕੱਲ੍ਹ ਬਿਆਨ ਦਿੱਤਾ ਸੀ ਵੀ ਮੈਂ ਬੇਰੁਜ਼ਗਾਰਾਂ ਨੂੰ
ਪੈਨ ਫੜਾਊਂਗਾ। ਅਸੀਂ 3193 ਪੈਨ ਅੱਜ ਪਟਵਾਰੀਆਂ ਨੇ ਸੀਐਮ ਸਾਹਿਬ ਦੀ ਬਾਲੇ 'ਚ ਸਿੱਟ ਦਿੱਤੇ ਨੇ ਤੇ ਕੱਲ੍ਹ ਨੂੰ ਉਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਲੋਕਾਂ ਦਾ ਅਸੀਂ ਧੰਨਵਾਦ ਕਰਾਂਗੇ, ਸੀਐਮ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਵੀ ਉਹਨਾਂ ਨੇ ਆਪਣੇ ਕਹੇ ਹੋਏ ਬੋਲ ਜਿਹੜੇ ਆ ਪਗਾ ਦਿੱਤੇ ਆ ਵੀ 3193 ਨੂੰ ਕੱਲ੍ਹ ਨੂੰ ਉਹਨਾਂ ਨੂੰ ਰੁਜ਼ਗਾਰ ਜਿਹੜਾ ਉਹ ਦੇ ਦੇਣਾ ਚਾਹੀਦਾ। ਬਹੁਤ ਸ਼ੁਕਰੀਆ ਪ੍ਰਧਾਨ ਜੀ, ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਪੱਖ ਰੱਖਿਆ, ਧੰਨਵਾਦ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਤਾਂ ਕਾਨੂੰਗੋ ਯੂਨੀਅਨ ਤੋਂ ਮੋਹਨ ਸਿੰਘ ਭੇੜਪੁਰਾ ਸਾਹਿਬ ਪ੍ਰਧਾਨ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਤੁਹਾਨੂੰ ਹੁਣ ਦੱਸ ਦਈਏ ਕਿ ਆਖਰ ਮਾਲ ਵਿਭਾਗ ਦੇ ਇਹਨਾਂ ਅਧਿਕਾਰੀਆਂ ਦਾ ਕਹਿਣਾ ਕੀ ਹੈ। 4700 ਦੇ ਕਰੀਬ ਕੁੱਲ ਪਟਵਾਰ ਸਰਕਲ ਨੇ, ਇਸੇ ਤਰੀਕੇ ਨਾਲ ਕਾਨੂੰਗੋ ਸਰਕਲ ਨੇ, ਤਾਂ ਉਸ ਦੇ ਵਿੱਚ ਜਿਹੜੇ ਪਟਵਾਰ ਸਰਕਲ ਨੇ ਉਹ 4700 ਦੇ ਕਰੀਬ ਨੇ, ਤਾਂ ਉਹਦੇ ਵਿੱਚੋਂ 3193 ਦੇ ਕਰੀਬ ਜਿਹੜਾ ਵਾਧੂ ਦੇ ਚਾਰਜ ਦਿੱਤਾ ਹੋਇਆ ਸੀ। 1700 ਦੇ ਕਰੀਬ ਪਟਵਾਰੀ ਇਸ ਵੇਲੇ ਸਰਕਾਰੀ ਤੌਰ ਦੇ ਉੱਤੇ ਪੱਕੇ ਮੁਲਾਜ਼ਮ ਹੈਗੇ ਨੇ, ਤਾਂ ਉਹਨਾਂ ਨੂੰ ਹੀ 4700 ਦਾ ਜਿਹੜਾ ਭਾਰ ਦਿੱਤਾ ਗਿਆ ਸੀ, ਤਾਂ ਜਿਹੜਾ ਵਾਧੂ ਭਾਰ ਸੀ 3193 ਦਾ, 4700 ਤੋਂ 3193 ਦਾ ਵਾਧੂ ਭਾਰ ਸੀ ਉਹ ਛੱਡਤਾ। ਯਾਨੀ ਕਿ ਉਸ ਦੇ ਵਿੱਚੋਂ ਪੰਜਾਬ ਦਾ ਤੁਹਾਡਾ ਹਲਕਾ ਵੀ ਹੋ ਸਕਦਾ, ਪਟਵਾਰ ਸਰਕਲ ਤੁਹਾਡਾ ਵੀ ਹੋ ਸਕਦਾ, ਉਹ ਕਿਸੇ ਹੋਰ ਦਾ ਵੀ ਹੋ ਸਕਦਾ, ਤੁਹਾਡੀ ਗੁਆਂਢੀ ਦਾ ਵੀ ਹੋ ਸਕਦਾ, ਤੁਹਾਡੀ ਗੁਆਂਢੀ ਪਿੰਡ ਵਾਲਿਆਂ ਦਾ ਵੀ ਹੋ ਸਕਦਾ। ਤਾਂ ਤੁਹਾਨੂੰ ਹੁਣ ਖੱਜਲ ਖੁਆਰ ਹੋਣਾ ਪਵੇਗਾ। ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਕਿਹਾ ਕਿ ਇਹ ਹੱਕੀ ਮੰਗਾਂ ਆਪਣੇ ਮੁਲਾਜ਼ਮ ਜਥੇਬੰਦੀਆਂ ਦੇ ਕਰਕੇ ਧਰਨੇ ਦੇ ਉੱਤੇ ਬੈਠੇ ਸੀ, ਤੇ ਐਸਮਾ ਹੁਣ ਜਿਹੜਾ ਇੱਕ ਤਰੀਕੇ ਨਾਲ ਸਰਕਾਰ ਨੇ ਲਾਗੂ ਕਰ ਦਿੱਤਾ, ਉਸ ਨੂੰ ਲੈ ਕੇ ਵੀ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਕਿਹਾ ਕਿ ਇਹ ਡਰਨਗੇ ਨਹੀਂ, ਹੁਣ ਹਾਈ ਕੋਰਟ ਦੇ ਵਿੱਚ ਜਾਣਗੇ, ਚੁਣੌਤੀ ਉਹ ਦਿੱਤੀ ਜਾਏਗੀ ਸਰਕਾਰ ਨੂੰ। ਵੇਖਣਾ ਹੋਏਗਾ ਕਿ ਇਹ ਗੱਲਬਾਤ ਦਾ ਜਿਹੜਾ ਡੈਡਲੋਕ ਹੈ ਇਹ ਕਦੋਂ ਟੁੱਟੂਗਾ। ਵੈਸੇ ਅੱਜ ਗੱਲਬਾਤ ਜ਼ਰੂਰ ਹੋਈ ਹੈ ਡੀਜੀਪੀ ਨਾਲ, ਪਰ ਗੱਲ ਕਿਸੇ ਕੰਡੇ ਨਹੀਂ ਲੱਗੀ ਕਿ ਹੁਣ ਮੁੱਖ ਮੰਤਰੀ ਸਾਹਿਬ ਆਪਣੇ ਕਹੇ ਕਥਨਾਂ ਮੁਤਾਬਕ ਕਿ ਕੁਛ ਨਾ ਕੁਛ ਕਾਰਵਾਈ, ਵੱਡਾ ਐਕਸ਼ਨ ਉਹ ਕਰਕੇ ਵਿਖਾਉਣਗੇ, ਜਾਂ ਫਿਰ ਕੋਈ ਨਾ ਕੋਈ ਮੀਟਿੰਗ, ਕੋਈ ਨਾ ਕੋਈ ਵਿੱਚ ਵਿਚਾਲੇ ਦਾ ਰਾਹ ਜਿਹੜਾ ਉਹ ਕੱਢ ਲਿਆ ਜਾਏਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।